ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ। ਕੀ ਹਾਲ ਚਾਲ, ਠੀਕ ਠਾਕ ਹੋ? ਬੜੀ ਕਿਰਪਾ ਜੀ ਬਾਬੇ ਦੀ ਜੀ। ਤਾਲਿਬਾਨ ਅੱਜ ਜੁਮੇ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਆਪਣੀ ਸਰਕਾਰ ਬਣਾਉਣ ਜਾ ਰਿਹਾ ਹੈ। ਹਾਂਜੀ ਬਿਲਕੁਲ ਜੀ। ਔਰ ਵੀ ਪਤਾ ਲੱਗਾ ਹੈ ਕਿ ਮੁੱਲਾ ਅਲੀ ਗਨੀ ਜਿਹੜਾ ਹੈ ਬਰਾਦਰ, ਉਹਦੇ ਰਾਸ਼ਟਰਪਤੀ ਥਾਪੇ ਜਾ ਰਹੇ ਨੇ। ਪਰ ਉੱਥੇ ਦੋ ਧਿਰਾਂ ਦੇ ਵਿੱਚ ਕਸ਼ਮਕਸ਼ ਵੀ, ਮੈਂ ਖਬਰ ਵੀ ਸਾਂਝੀ ਕੀਤੀ ਹੈ ਕਿ ਉਹ ਹੋ ਰਹੀ ਹੈ। ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਇਹ ਬਰਾਦਰ ਦੀ ਗੱਲ ਆ ਜੀ, ਬਰਾਦਰ 2010 ਦੇ ਵਿੱਚ ਜਿਹੜਾ ਪਾਕਿਸਤਾਨ 'ਚ ਫੜਿਆ ਗਿਆ ਸੀ। 2010 ਤੋਂ ਲੈ ਕੇ 2018 ਤੱਕ ਇਹ ਜੇਲ੍ਹ 'ਚ ਰਿਹਾ ਪਾਕਿਸਤਾਨ ਦੀ, ਤੇ ਉਸ ਟਾਈਮ ਤੇ ਅਮਰੀਕਾ ਨੇ ਇਤਰਾਜ਼ ਜਤਾਇਆ ਸੀ, ਭਾਈ ਸਾਨੂੰ ਇਹ ਬੰਦਾ ਚਾਹੀਦਾ। ਹਾਂ, ਉਹਨੇ ਕਾਹਦੇ ਵਾਸਤੇ? ਉਹ ਕਹਿੰਦੇ ਜੀ ਬੜਾ ਤਕੜਾ ਅੱਤਵਾਦੀ। ਕਹਿੰਦਾ ਅੱਤਵਾਦੀ ਕੋਈ ਜਿਹਨੇ ਸਮਝਿਆ? ਅਮਰੀਕਾ ਦੇ ਕਹਿਣ ਦੇ ਉੱਤੇ, ਟਰੰਪ ਦੇ ਕਹਿਣ ਦੇ ਉੱਤੇ ਬਕਾਇਦਾ ਤੌਰ ਤੇ ਇਹਦੇ ਟਰੈਵਲ ਡਾਕੂਮੈਂਟ ਬਣਾਇਆ ਗਿਆ, ਪਾਸਪੋਰਟ ਨਹੀਂ, ਟਰੈਵਲ ਡਾਕੂਮੈਂਟ ਬਣਾ ਕੇ ਉਹਨੂੰ ਦੋਹਾ ਕਤਰ ਭੇਜਿਆ ਗਿਆ, ਜਿੱਥੇ ਫਿਰ ਤਾਲਿਬਾਨ ਨਾਲ ਜਿਹੜੀ ਇਹਦੀ ਗੱਲਬਾਤ ਚੱਲਦੀ ਸੀਗੀ। ਕਿਉਂ ਤਾਲਿਬਾਨ ਦਾ ਜਿਹੜਾ ਇਹ ਮੁੱਢ ਇਹ ਆ, ਸੰਸਾਬਤ ਇਹ ਆ, ਮੁੱਲਾ ਉਮਰ ਤੇ ਇਹਨਾਂ ਗੱਲਬਾਤ ਕੀਤੀ, ਭਾਈ ਅਸੀਂ ਜਿਹੜਾ ਅਫਗਾਨਿਸਤਾਨ ਤੁਹਾਡੇ ਵੱਲ ਕਰਨਾ ਚਾਹੁੰਦੇ ਆ। ਕਿੱਥੇ 2001 ਦੇ ਵਿੱਚ ਇਹਨਾਂ ਨੂੰ ਖਤਮ ਕਰਨ ਵਾਸਤੇ ਅਮਰੀਕਾ ਆਇਆ ਸੀ, ਤੇ ਕਿੱਥੇ 2020 ਦੇ ਵਿੱਚ 18 ਦੇ ਵਿੱਚ ਜਾ ਕੇ ਕਹਿੰਦਾ ਵੀ ਤੁਹਾਡੇ ਨਾਲ ਸਮਝੌਤਾ ਕਰਨਾ ਚਾਹੁੰਦੇ ਜੀ, ਟਰੰਪ ਦੀ ਉਹ ਵੀ ਕਾਰਜਕਾਰਨੀ ਦੇ ਵਿੱਚ। ਹਾਂਜੀ ਹਾਂਜੀ, ਕਿਉਂ ਟਰੰਪ ਨੇ ਕਹਿਤਾ ਸੀ ਕਿ ਅਸੀਂ ਆਪਣੇ ਬੰਦੇ ਉੱਥੇ ਬਣਾਉਣੇ ਨਹੀਂ, ਅਸੀਂ ਜਲਦੀ ਤੋਂ ਜਲਦੀ ਬੰਦੇ ਕੱਢਾਂਗੇ ਤੇ ਤਰੀਕਾ ਤੇ ਕੋਈ ਜਾਇਜ਼ ਨਹੀਂ ਕਰਵਾ। ਹੁਣ ਇੱਕ ਕਾਰਟੂਨ ਛਪਿਆ ਜੀ ਅਖਬਾਰ ਦੇ ਵਿੱਚ, ਦੋਵੇਂ ਜਣੇ ਜਿਹੜੇ ਤੁਹਾਡੇ ਟਰੰਪ ਤੇ ਬਾਈਡਨ ਵਾਲੇ ਆ ਕਰਕੇ ਉਂਗਲਾਂ ਖਿੱਚ ਕੇ ਖਿੱਚੇ, ਤੂੰ ਦੋਸ਼ੀ ਹੈ, ਤੂੰ ਦੋਸ਼ੀ ਹੈ, ਤੂੰ ਦੋਸ਼ੀ। ਦੋਸ਼ੀ ਕਿਉਂ ਦੇਖੋ ਜੀ? ਬਸ ਉਹ ਸਾਡੇ ਵਾਲਿਆਂ ਵਾਂਗੂ ਜਿੱਦਾਂ ਬਿਜਲੀ ਦੇ ਸਮਝੌਤੇ ਕਾਲੀਆਂ ਨੇ ਕੀਤੇ, ਹੁਣ ਉਹ ਕਹੀ ਜਾਂਦੇ ਵੀ ਤੁਹਾਡੇ ਮਤਲਬ ਕਹਿ ਲਓ ਕਿ ਸੰਧੀ ਜਿਹੜੀ ਕਾਂਗਰਸ ਦੀ ਉਹਦੇ ਤਹਿਤ ਕੀਤੇ ਆ। ਉਹ ਦੋਨੋਂ ਇੱਕ ਦੂਜੇ ਨੂੰ ਹੁਣ 5 ਸਾਲ ਅਗਲੇ ਉਹਨਾਂ ਨੇ ਮਿਹਣੇ ਮਾਰੀ ਜਾਣੇ, ਉਹਨਾਂ ਨੇ ਮਿਹਣੇ ਮਾਰੀ ਜਾਣੇ। ਜੇ ਹੁਣ ਸਿੱਧੀ ਗੱਲ ਤੇ ਆ ਜੇ, ਦੋਹਾ ਕਤਰ ਦੇ ਵਿੱਚ ਜੋ ਕੁਝ ਹੋਇਆ ਉਹ ਟਰੰਪ ਦੀ ਰਹਿਨੁਮਾਈ ਦੇ ਹੇਠ ਹੋਇਆ, ਤੇ ਉਹ ਤੇ ਸਾਈਨ ਕੀਤੇ ਹੋਏ ਨੇ ਪੁਰਾਣੇ ਰਾਸ਼ਟਰਪਤੀ ਤੇ। ਉਹ ਨਵਾਂ ਰਾਸ਼ਟਰਪਤੀ ਕਿਵੇਂ ਉਹ ਤੋਂ ਮੁੱਕਰ ਸਕਦਾ? ਹੋ ਸਕਦਾ ਕਿ ਉਹਦੇ ਅੰਡਰ ਹੀ ਹਥਿਆਰ ਜੋ ਉਹਨਾਂ ਨੇ ਮੰਗਿਆ ਉਸ ਵਕਤ ਦੇ ਦਿੱਤਾ ਵੀ ਸਾਨੂੰ ਤਾਂ ਸਾਡੇ ਵੱਲੋਂ ਗਾਰਬੇਜ ਲੈ ਲਓ ਤੁਸੀਂ, ਪਰ ਉਹ ਕਰੋੜਾਂ ਦੀ ਸੰਪਤੀ ਵੀ ਛੱਡ ਆਏ ਤੇ ਮਤਲਬ ਖਰਬਾਂ ਦੇ ਹਥਿਆਰ ਛੱਡ ਆਏ ਨੇ ਉੱਥੇ, ਜਿਹੜੇ ਇੱਕ ਕਾਨਫਰੰਸ ਦੇ ਵਿੱਚ ਮਤਲਬ ਇੱਕ ਵੀਡੀਓ ਦੇ ਵਿੱਚ ਖੁਲਾਸਾ ਵੀ ਕੀਤਾ ਗਿਆ ਵੱਡੀ ਤਾਦਾਦ ਦੇ ਵਿੱਚ। ਹਾਂਜੀ, ਉਹਦੇ ਵਿੱਚ ਹੁਣ ਇਹਨਾਂ ਨੇ ਅੱਜ ਜਿਹੜਾ ਬਰਾਦਰ ਆ, ਇਹਨੂੰ ਫੈਸਲਾ ਕਰ ਲਿਆ ਉੱਥੋਂ ਦਾ ਰਾਸ਼ਟਰਪਤੀ ਬਣਾਉਣ ਦਾ ਜੀ। ਇਹ ਜਦੋਂ ਜੰਗ ਸ਼ੁਰੂ ਹੋਈ ਸੀ 2071 ਤੋਂ ਪਹਿਲਾਂ ਇਹ ਪੁੱਜਾ ਸੀ ਕੰਧਾਰ ਦੇ ਵਿੱਚ। ਕੰਧਾਰ ਤੋਂ ਹੈਰਾਤ, ਤੇ ਹੈਰਾਤ ਤੋਂ ਫਿਰ ਇਹ ਕਾਬਲ ਪੁੱਜਾ ਸੀ। ਪਰ ਇੱਕ ਸਟੈਪ ਬਾਈ ਸਟੈਪ ਬਰਾਦਰ ਜਿਹੜਾ ਸੀ ਪੂਰੀ ਸੇਫਟੀ ਨਾਲ, ਪੂਰੀ ਆਪਣੀ ਸਿਕਿਉਰਿਟੀ ਨਾਲ, ਤੇ ਬਰਾਦਰ ਦਾ ਉਦੋਂ ਹੀ ਫੈਸਲਾ ਕਰ ਲਿਆ ਸੀ ਕਿ ਰਾਸ਼ਟਰਪਤੀ ਬਣਾਉਣਾ। ਜੇ ਰਾਸ਼ਟਰਪਤੀ ਤੁਸੀਂ ਬਣਾਉਣਾ ਤੇ ਇਹਦੇ ਉੱਪਰ ਇੱਕ ਹੋਰ ਕੁੰਡਾ ਚਾਹੀਦਾ, ਜਿਵੇਂ ਸਾਡੀ ਜਥੇਦਾਰ ਅਕਾਲ ਤਖਤ ਹੁੰਦਾ। ਚਲੋ ਅੱਜ ਕੱਲ੍ਹ ਤੇ ਗੁਲਾਮ ਹੋ, ਜਦੋਂ ਜਥੇਦਾਰ ਆਜ਼ਾਦ ਸੀ ਕਾਲੀ ਫੂਲਾ ਸਿੰਘ, ਤੇ ਉਹ ਮਹਾਰਾਜ ਲੰਮਿਆ ਪਾ ਲੈਂਦਾ ਸੀ, ਆ ਵੀ ਹੁੰਦਾ ਇੱਧਰ। ਇਹਦੇ ਉੱਤੇ ਜਿਹੜਾ ਸੁਪਰ ਧਾਰਮਿਕ ਦਿੱਤਾ ਉਹ ਹਿਬਤੁੱਲਾ ਅਖੁੰਦਾਜ਼ਾ ਜਿਹੜਾ ਉਹਨੂੰ ਬਣਾਇਆ ਜਾ ਰਿਹਾ। ਦੂਸਰੇ ਨੰਬਰ ਤੇ ਰਾਸ਼ਟਰਪਤੀ ਬਣਾਇਆ ਜਾ ਰਿਹਾ ਮੁੱਲਾ ਅਬਦੁਲ ਗਨੀ ਬਰਾਦਰ। ਤੀਜੇ ਨੰਬਰ ਤੇ ਮੁਹੰਮਦ ਯਕੂਬ, ਜੇ ਮੁੱਲਾ ਉਮਰ ਦਾ ਬੇਟਾ ਵਾ, ਇਹਨੂੰ ਤਾਲਿਬਾਨ ਦਾ ਸਦਰ ਬਣਾਇਆ ਜਾ ਰਿਹਾ। ਚੌਥੇ ਨੰਬਰ ਤੇ ਸਰਾਜੁਦੀਨ ਹੱਕਾਨੀ ਜਿਹੜਾ ਹੱਕਾਨੀ ਨੈਟਵਰਕ ਦਾ ਵਾ, ਉਹਨੂੰ ਇਹਦੇ ਵਿੱਚ ਮੇਨ ਜਿਹੜੇ 5 ਬੰਦੇ ਨੂੰ ਸ਼ਾਮਲ ਕੀਤਾ ਜਾ ਰਿਹਾ। ਅਬਦੁਲ ਹਕੀਮ ਪਾਕਿਸਤਾਨ 'ਚ ਰਹਿ ਕੇ ਮਦਰਸੇ ਚਲਾਉਂਦਾ ਹੈ। ਇਹਨਾਂ 5 ਬੰਦਿਆਂ ਦੀ ਅਗਵਾਈ ਵਿੱਚ ਸਰਕਾਰ ਬਣੇਗੀ, ਤੇ ਇਹਨਾਂ ਦੀ ਪਰਿਸ਼ਦ ਜਿਹੜੀ ਹੈ 1272 ਬੰਦਿਆਂ ਦੀ ਹੋਏਗੀ, ਲੇਕਿਨ ਉਹਦੇ ਵਿੱਚ ਇੱਕ ਵੀ ਲੇਡੀ ਨਹੀਂ ਹੋਏਗੀ। ਬਿਆਨ ਦਿੱਤਾ ਉਹਨਾਂ ਨੇ। ਇਹ ਉਹਨਾਂ ਦੇ ਹੱਕਾਂ ਤੇ ਜਿਹੜਾ ਬਿਲਕੁਲ ਡਾਕਾ ਵਾ। ਹੈਰਾਤ ਦੇ ਵਿੱਚ 3 ਦਰਜਨ ਔਰਤਾਂ ਨੇ ਬੁਰਕੇ ਪਾ ਕੇ ਉੱਥੇ ਗਵਰਨਰ ਦੇ ਬਾਹਰ ਜਿਹੜਾ ਸੀ ਬਕਾਇਦਾ ਤੌਰ ਤੇ ਮੁਜ਼ਾਹਰਾ ਵੀ ਕੀਤਾ। ਬੜੀ ਵੱਡੀ ਗੱਲ ਆ ਉਹ ਵੀ ਅੱਜ ਦੇ ਦੌਰ 'ਚ। ਬਿਲਕੁਲ, ਉਹ ਕਹਿੰਦੇ ਆ ਕਿ ਇਹੋ ਜਿਹਾ ਮੁਜ਼ਾਹਰਾ ਕਦੀ ਹੋਇਆ ਨਹੀਂ ਔਰਤਾਂ ਵੱਲੋਂ, ਪਹਿਲੀ ਵਾਰੀ ਕੀਤਾ ਉਹਨਾਂ ਨੇ। ਇਹਦਾ ਮਤਲਬ ਤਾਲਿਬਾਨ ਨੇ ਆਪਣੀ ਪਾਲਿਸੀ ਚੇਂਜ ਕੀਤੀ ਥੋੜੀ ਬੜੀ ਜੀ। ਉਹ ਕਹਿੰਦੀਆਂ ਨੇ ਕਿ ਅਸੀਂ ਸਿਰ ਤੋਂ ਪੈਰਾਂ ਤੱਕ ਬੁਰਕਾ ਪਾਉਣ ਨੂੰ ਵੀ ਤਿਆਰ ਹਾਂ, ਤੇ ਸਾਡੀਆਂ ਧੀਆਂ ਨੂੰ ਪੜ੍ਹਨ ਦਿਓ, ਤੇ ਸਾਨੂੰ
ਜਿਹੜੀ ਇਹ ਸਰਕਾਰ ਦੇ ਵਿੱਚ ਅਹਿਮੀਅਤ ਵੀ ਮਿਲਣੀ ਚਾਹੀਦੀ ਆ। ਬਿਲਕੁਲ ਇਹ ਮੰਗ ਸੀ। ਬਿਲਕੁਲ ਬਿਲਕੁਲ ਮੰਗ ਉਹਨਾਂ ਦੀ, ਮੰਗ ਉਹਨਾਂ ਦੀ। ਹੂੰ ਇਹ ਮੰਗ ਹੀ ਉਹਨਾਂ ਦੀ। ਇੱਕ ਪਾਸੇ ਤਾਲਿਬਾਨ ਇਹ ਕਹਿੰਦਾ ਵੀ ਜਿਹੜੀ ਲੇਡੀ ਹੈ, ਕੋਈ ਵੀ ਔਰਤ, ਉਹ ਮਰਦ ਡਾਕਟਰ ਕੋਲ ਜਾ ਕੇ ਦਵਾਈ ਨਹੀਂ ਲੈ ਸਕਦੀ ਜੀ। ਉਹ ਕਹਿੰਦੀ ਆ ਫਿਰ ਲੜਕੀਆਂ ਪੜ੍ਹਨਗੀਆਂ ਤੇ ਡਾਕਟਰ ਕਿੱਥੋਂ ਬਣਨਗੇ? ਬਿਲਕੁਲ 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 ਬਿਲਕੁਲ। ਤੇ ਸਾਡਾ ਕੀ ਸੋਚੋਗੇ ਤੁਸੀਂ, ਕੀ ਕਰੋਗੇ ਤੁਸੀਂ? ਭਾਵੇਂ ਇਹਨਾਂ ਨੇ ਜੇ ਸਰਕਾਰ ਬਣਾ ਲੈਣੀ, ਜੇਕਰ ਪੰਜਸ਼ੀਰ ਘਾਟੀ ਦੀ ਜੰਗ ਅਜੇ ਵੀ ਜਾਰੀ। ਤਾਲਿਬਾਨਾਂ ਨੇ ਉਹਨੂੰ ਚਾਰ ਚੁਫੇਰੇ ਘੇਰ ਲਿਆ ਤੇ ਅਪੀਲ ਕੀਤੀ ਹੈ, ਭਾਈ ਵੇਖੋ ਅਸੀਂ ਸਭ ਨੂੰ ਮਾਫ ਕਰ ਦਿੱਤਾ, ਅਫਗਾਨਿਸਤਾਨ ਜਿਹਨੇ ਸਾਡੇ ਖਿਲਾਫ ਵੀ ਕੀਤਾ, ਜੋ ਕਿ ਸਭ ਨੂੰ ਮਾਫ ਕੀਤਾ, ਤੁਹਾਨੂੰ ਵੀ ਮਾਫ ਕਰਦੇ ਆ। ਤੇ ਜਿਹੜਾ ਅਮਰੁੱਲਾ ਹੈਗਾ ਸਲੇ ਆ, ਜਿਹੜਾ ਆਪਣੇ ਨੂੰ ਕਾਰਜਕਾਰੀ ਰਾਸ਼ਟਰਪਤੀ ਦੱਸਦਾ, ਉਹਦਾ ਚੰਗਾ ਹੋਲਡ ਆ ਉੱਥੇ, 5-6 ਕਾਫੀ ਹੋਲਡ ਉਹਦਾ। ਉਹ ਤੁਹਾਨੂੰ ਪਤਾ ਹੋਏਗਾ ਜਿਹੜਾ ਅਲਕਾਇਦਾ ਦਾ ਮੁਖੀ ਸੀ ਲਾਦੇਨ, ਉਹਦਾ ਰਿਸ਼ਤੇਦਾਰੀ ਚ ਸਾਲਾ ਲੱਗਦਾ। ਉਹਦੇ ਕੋਲ ਤਾਲਿਬਾਨ ਥੋੜੇ ਡਰਦੇ ਵੀ ਹੈ, ਲੇਕਿਨ ਤਾਲਿਬਾਨਾਂ ਨੇ ਘੇਰਾ ਪਾਇਆ, ਪਈ ਤੁਸੀਂ ਸਰੈਂਡਰ ਕਰ ਦਿਓ, ਤੁਹਾਨੂੰ ਆਮ ਮਾਫੀ, ਕਿਸੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਊ। ਤੁਹਾਨੂੰ ਪਤਾ ਹੋਏਗਾ ਪਿੱਛੇ ਜੇ ਇੱਕ ਲਾਈਵ ਹੋ ਕੇ ਉੱਥੋਂ ਬਕਾਇਦਾ ਤੌਰ ਤੇ ਇੱਕ ਟੀਵੀ ਤੇ ਗੱਲਬਾਤ ਮੈਂ ਆਪ ਸੁਣੀ ਸੀ, ਉਹਦੀ ਬੰਦੇ ਦੀ, ਸਰਦਾਰ ਸੀ, ਕਹਿੰਦਾ ਕਾਬਲ ਤੋਂ ਗਜਨੀ 150 ਕਿਲੋਮੀਟਰ ਦੂਰ ਅਸੀਂ ਆਪਣੇ ਕਾਰੋਬਾਰ ਤੇ ਜਾਂਦੇ ਆ, ਕਾਰੋਬਾਰ ਕਰਦੇ ਆ, ਲੇਕਿਨ ਜਿਹੜੇ ਪਹਿਲਾਂ ਫੌਜੀ ਹੁੰਦੇ ਸੀ ਅਫਗਾਨ ਦੇ, ਉਹਨਾਂ ਦੀ ਥਾਂ ਤੇ ਤਾਲਿਬਾਨ ਹਥਿਆਰ ਲੈ ਕੇ ਉੱਥੇ ਬਾਜ਼ਾਰਾਂ 'ਚ ਘੁੰਮਦੇ ਆ, ਲੇਕਿਨ ਕਿਸੇ ਨੂੰ ਕੁਛ ਨਹੀਂ ਕਹਿੰਦਾ। ਅਸੀਂ ਮੇਰੇ ਹੱਥ ਮਿਲਾ ਕੇ ਉਹਨਾਂ ਦਾ ਧੰਨਵਾਦ ਨਹੀਂ ਕਰਦੇ, ਕੁਛ ਨਹੀਂ ਕਰਦੇ, ਅਸੀਂ ਆਪਣਾ ਕੰਮ ਕਰਦੇ, ਲੋਕ ਆਉਂਦੇ ਆਪਣਾ ਸਮਾਨ ਲੈਂਦੇ, ਕਾਰੋਬਾਰ ਚੱਲ ਰਿਹਾ, ਕਾਰੋਬਾਰ 'ਚ ਕੋਈ ਦਿੱਕਤ ਨਹੀਂ ਆ ਰਹੀ। ਪਹਿਲੀ ਮੇਰੀ ਵੀ ਇੰਨੀ ਤਬਦੀਲੀ ਤਾਲਿਬਾਨਾਂ ਦੇ ਵਿੱਚ ਆਈ ਹੈ। ਹੁਣ ਜੇ ਕੰਮ ਵੀ ਚਾਵਲਾ ਸੀ ਉਦੋਂ ਚੱਲਾਓ ਜੇ ਸਰਕਾਰ ਫਾਰਮ ਹੋ ਜਾਏਗੀ। ਬਿਲਕੁਲ ਉਹਨਾਂ ਚਿਰ ਕੰਮ ਨਹੀਂ ਚੱਲ ਸਕਦਾ। ਸਰਕਾਰ ਫਾਰਮ ਹੋ ਜੂਗੀ ਤੇ ਇੰਡੀਆ ਗਵਰਨਮੈਂਟ ਨੇ ਭਾਵੇਂ ਨਹੀਂ ਕਿਹਾ, ਲੇਕਿਨ ਅੰਦਰ ਖਾਤੇ ਫੈਸਲਾ ਕਰ ਲਿਆ ਕਿ ਇਸ ਗਵਰਨਮੈਂਟ ਨੂੰ ਅਸੀਂ ਬਕਾਇਦਾ ਤੌਰ ਤੇ ਜਿਹੜਾ ਵਾ ਮਾਨਤਾ ਦੇਦਾ। ਜੀ ਜੀ। ਹਾਲੀ ਪਾਕਿਸਤਾਨ ਨੇ ਕਿਹਾ ਵਿਚੋਰ ਕਰਾਂਗੇ, ਪਹਿਲਾਂ ਪਾਕਿਸਤਾਨ ਨੇ ਕਿਹਾ ਸੀ, ਈਰਾਨ ਨੇ ਕਿਹਾ ਸੀ, ਰਸ਼ੀਆ ਨੇ ਕਿਹਾ ਸੀ, ਚੀਨ ਨੇ ਕਿਹਾ ਸੀ ਮਾਨਤਾ ਦੇਣ ਬਾਰੇ। ਹੁਣ ਅਮਰੀਕਾ ਵੀ ਸੋਚ ਰਿਹਾ, ਉਹਨਾਂ ਨੂੰ ਸਿਰਫ ਉਹ ਇਵੇਟ ਕਰ ਰਹੇ ਵੀ ਇਹਨਾਂ ਦੀ ਕਾਰਗੁਜ਼ਾਰੀ ਕਿੱਦਾਂ ਦੀ ਹੁੰਦੀ ਹੈ। ਜੇ ਤੇ ਛਾਤਮੀ ਫਿਰ ਤਾਂ ਠੀਕ ਆ ਜੀ, ਤੇ ਜੇ ਉੱਥੇ ਗੜਬੜ ਕਰਦੇ ਤੇ ਫਿਰ ਵੇਖਾਂਗੇ ਕਿਵੇਂ ਕਰਨਾ ਜੀ। ਬਿਲਕੁਲ, ਜੇ ਔਰਤਾਂ ਨੂੰ ਉੱਥੇ ਹੱਕ ਦਿੱਤੇ ਜਾਂਦੇ ਨੇ, ਵੇਖੋ ਔਰਤਾਂ ਦੀ ਜੇ ਸੁਣੀ ਨਹੀਂ ਜਾਂਦੀ ਤਾਂ ਫਿਰ ਕੁਛ ਨਾ ਕੁਛ ਤਾਂ ਇਹ ਮਤਲਬ ਅਚੰਭਾ ਹੋਵੇਗਾ ਜੇ ਉਹ ਮਤਲਬ ਦੂਜੇ ਪਾਕਿਸਤਾਨ, ਜੇ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਮਾਨਤਾ ਨਹੀਂ ਦਿੰਦਾ, ਕਿਉਂਕਿ ਬਿਲਕੁਲ ਨਾਲ ਲੱਗਦਾ ਪਾਕਿਸਤਾਨ ਤਾਂ ਉਹਨਾਂ ਦਾ ਇੱਕ ਗੜ੍ਹ ਮੰਨਿਆ ਜਾਂਦਾ। ਸੋ ਦੂਜੇ ਪਾਸੇ ਭੱਟੀ ਸਾਹਿਬ ਇੱਕ ਬਿਆਨ ਹੋਰ ਆਇਆ ਜਿਹੜਾ ਬਹੁਤ ਗੌਰ ਮੰਗਦਾ, ਬਹੁਤ ਵੱਡੀ ਖਬਰ ਮੈਂ ਸੁਣਾਈ ਹੈ ਆਪਣੇ ਸਰੋਤਿਆਂ ਨੂੰ ਪੂਰੀ ਲੰਬੀ ਚੌੜੀ, ਕਿ ਅਫਗਾਨਿਸਤਾਨ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਜਿਹੜੇ ਨਿਸ਼ਾਨ ਸਾਹਿਬ ਦੀ ਗੱਲ ਆਈ ਸੀ ਤੇ ਉਸ ਨੂੰ ਲੈ ਕੇ ਉਹਨਾਂ ਦਾ ਇੱਕ ਬੁਲਾਰਾ ਹੈ, ਉਹਨੇ ਕਿਹਾ ਕਿ ਜੀ ਗੁਰਦੁਆਰਾ ਸਾਹਿਬ ਦੇ ਤੁਸੀਂ ਨਿਸ਼ਾਨ ਸਾਹਿਬ ਦੀ ਗੱਲ ਕਰਦੇ ਹੋ ਤਾਂ ਅਸੀਂ ਜਿਸ ਵੀ ਦੇਸ਼ ਦੇ ਵਿੱਚ ਸਾਡਾ ਕੋਈ ਮੁਸਲਮਾਨ ਹੈ, ਤਾਂ ਖਾਸ ਤੌਰ ਤੇ ਉਹਨਾਂ ਨੇ ਜੰਮੂ ਕਸ਼ਮੀਰ ਦੀ ਗੱਲ ਕੀਤੀ ਹੈ ਕਿ ਉਹਦੀ ਗੱਲ ਵੀ ਅਸੀਂ ਕਰਨਾ ਸਾਡਾ ਧਰਮ ਹੈ, ਸਾਡਾ ਫਰਜ਼ ਹੈ। ਜੇ ਤੁਸੀਂ ਜਿਸ ਵੀ ਦੇਸ਼ ਦੇ ਵਿੱਚ ਸਾਡਾ ਮੁਸਲਮਾਨ ਭਾਈਚਾਰਾ ਵੱਜਦਾ, ਉੱਥੇ ਜੇਕਰ ਉਹਨਾਂ ਵਧੀਕੀਆਂ ਹੁੰਦੀਆਂ ਤੇ ਉਹਦੀ ਗੱਲ ਅਸੀਂ ਕਰਾਂਗੇ, ਤੁਸੀਂ ਰੋਕ ਨਹੀਂ ਸਕਦੇ ਸਾਨੂੰ, ਇਹ ਸਾਡਾ ਧਰਮ ਹੈ। ਹਾਂਜੀ, ਕਸ਼ਮੀਰ ਦੇ ਮੁਸਲਮਾਨਾਂ ਦੀ ਵੀ ਗੱਲ ਹੋਵੇਗੀ। ਇਹ ਵੀ ਇੱਕ ਬੜਾ ਵੱਡਾ ਬਿਆਨ ਆ, ਉਹਨਾਂ ਨੇ ਜੂਮ ਮੀਡੀਆ ਦੇ ਵਿੱਚ ਆ ਕੇ ਬਿਆਨ ਦਿੱਤਾ ਹੈ। ਔਰ ਸੁਹੇਲ ਸ਼ਾਹੀਨ ਹੈ ਉਹਨਾਂ ਦਾ ਬੁਲਾਰਾ, ਕੀ ਕਹਿਣਾ ਚਾਹੋਗੇ? ਬੁਲਾਰਾ ਬਿਲਕੁਲ 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 ਠੀਕ ਹੈ ਉਹਨੇ। ਤੇ ਅਸੀਂ ਪਾਕਿਸਤਾਨ ਦੇ ਅਸੀਂ ਜਾ ਕੇ ਉੱਥੇ ਜਿਹੜੇ ਅਫਗਾਨ ਸਿੱਖ ਉਹਨਾਂ ਦੀ ਰਾਖੀ ਦੀ ਗੱਲ ਕਰ ਸਕਦੇ ਇੰਟਰਨੈਸ਼ਨਲ ਲੈਵਲ ਤੇ, ਤਾਲਿਬਾਨ ਕੋਈ ਨਹੀਂ ਕਰ ਸਕਦਾ ਮੁਸਲਮਾਨ ਨੂੰ। ਬਿਲਕੁਲ, ਇਹ ਵੀ ਜਿੱਦ ਕਰ ਉਹਨਾਂ ਨੇ ਕਹਿੰਦਾ ਵੀ ਜੇ ਕਿਤੇ ਮੁਸ਼ਕਲ ਹੁੰਦੀ ਤਾਂ ਇੰਟਰਨੈਸ਼ਨਲ ਲੈਵਲ ਤੇ ਆਵਾਜ਼ ਦੀ ਬੁਲੰਦ ਕਰੇ। ਬਿਲਕੁਲ, ਲੇਕਿਨ ਜਿਹੜੀ ਹਥਿਆਰਾਂ ਵਾਲੀ ਗੱਲ ਕਹਿੰਦੇ ਉਹ ਗੱਲ ਗਲਤ ਆ। ਉੱਥੇ ਆ ਕੇ ਆਪਾਂ ਉਹਨਾਂ ਦੀ ਸਾਥ ਨਹੀਂ ਦੇ ਸਕਦੇ, ਕਿਉਂ ਅੱਜ ਦੀ ਡੇਟ ਦੇ ਵਿੱਚ ਜਿੱਥੇ ਕਿਤੇ ਵੀ ਸ਼ਾਂਤਮਈ ਸੰਘਰਸ਼ ਚੱਲਿਆ, ਉੱਥੇ ਲੋਕਾਂ ਨੂੰ ਕਾਮਯਾਬੀ ਹਾਸਲ ਹੋਈ ਹੈ, ਲੋਕਾਂ ਦੀ ਜਿਹੜੀ ਸੀ ਉਹ ਸੁਣੀ ਗਈ ਹੈ। ਹਥਿਆਰਬੰਦ ਸੰਘਰਸ਼ ਦਾ ਆਖਰਕਾਰ ਆ ਕੇ ਜਿਹੜਾ ਗੱਲ ਆ ਕੇ ਟੇਬਲ ਤੇ ਮੁੱਕਦੀ, ਜਿੰਨੀਆਂ ਮਰਜ਼ੀ ਲੜਾਈਆਂ ਲੜ ਲਓ ਤੁਸੀਂ। ਹੁਣ ਤਾਲਿਬਾਨ ਦੀ ਵੇਖ ਲਓ, ਅਮਰੀਕਾ ਦੀ ਲੜਾਈ ਕਿੰਨੇ 20 ਸਾਲ 18 ਸਾਲ ਚੱਲਦੀ ਸੀ, 20 ਸਾਲ ਹੁਣ 20 ਸਾਲ ਹੋ ਗਏ, 21 ਸਾਲ ਜਾ ਰਿਹਾ। ਉਹਦੇ ਵਿੱਚ ਆ ਕੇ ਜਿਹੜੇ ਸੀ ਫਿਰ ਆ ਕੇ ਟੇਬਲ ਤੇ ਗੱਲ ਮੁੱਕੀ ਨਾ। ਜੀ ਜੀ, ਚਲੋ ਆਪਾਂ ਅਗਲੀ ਗੱਲ ਕਰੀਏ। ਕੇਰਲਾ ਚੱਲਦੇ ਹਾਂ। ਕੇਰਲਾ ਦੀ ਪੰਚਾਇਤ ਦਾ ਇੱਕ ਫੈਸਲਾ ਹੈ, ਸਰ, ਅਸੀਂ ਕਈ ਵਾਰੀ ਸਰ ਦੀ ਗੱਲ ਕੀਤੀ ਹੈ, ਗੁਲਾਮੀ ਦਾ ਪ੍ਰਤੀਕ ਹੈ। ਮੈਡਮ, ਸਰ ਤੇ ਮੈਡਮ ਲਫ਼ਜ਼ ਜਿਹੜੇ ਨੇ ਉਹ ਉੱਥੇ ਕੇਰਲਾ ਦੇ ਵਿੱਚ ਉਹਦੀ ਜਗ੍ਹਾ ਤੇ ਭਾਈ ਜਾਂ ਭੈਣ ਜੀ ਕਿਹਾ ਜਾਵੇਗਾ। ਹਾਂਜੀ,
ਮੈਡਮ ਤੇ ਸਰ ਜਿਹੜੇ ਨੇ ਉਹ ਨਹੀਂ ਕਹੇ ਜਾਣਗੇ। ਸਰ ਵੈਸੇ ਇਹ ਅੰਗਰੇਜ਼ਾਂ ਦਾ ਜਿਹੜਾ ਹੈ ਉਹ ਦਿੱਤਾ ਹੋਇਆ ਇੱਕ ਮਤਲਬ ਇਹਦਾ ਜੇ ਆਪਾਂ ਪੂਰੀ ਪ੍ਰੋਨਾਊਂਸੀਏਸ਼ਨ ਕਰੀਏ ਤਾਂ ਇਹ ਗੁਲਾਮੀ ਦਾ ਹੀ ਪ੍ਰਤੀਕ ਬਣਿਆ ਜਾਂਦਾ ਹੈ। ਕੀ ਕਹਿਣਾ ਚਾਹੋਗੇ? ਅੱਜ ਦੀ ਡੇਟ ਦੇ ਵਿੱਚ ਜਨਰਲ ਸੈਕਟਰੀ ਜਿਹੜਾ ਯੂਐਨ ਦਾ ਹੁੰਦਾ ਵਾ, ਉਹਦੇ ਕੋਈ ਕਪੀਲ ਨਹੀਂ ਜਾਵੇ ਤੁਹਾਨੂੰ ਸਰ ਨਹੀਂ ਕਹਿੰਦਾ, ਮਿਸਟਰ ਕਹਿ ਕੇ ਕਹੇਗਾ, ਮਿਸਟਰ ਫਲਾਣਾ, ਉਹ ਵੀ ਇਹਨੂੰ ਮਿਸਟਰ ਕਹੇ। ਜਿਹੜੇ ਸਾਡੇ ਕੁਝ ਅਫਸਰ ਉੱਥੇ ਗਏ ਨੇ, ਕਈ ਸਿੱਖ ਅਫਸਰ ਮਿਲੇ, ਉਹ ਕਹਿੰਦੇ ਉੱਥੇ ਸਾਨੂੰ ਸਰ ਨਹੀਂ ਕਹਿ ਸਕਦੇ ਸੀ, ਸਰ ਬੈਨ ਹੈ, ਟੋਟਲੀ ਬੈਨ। ਉਹ ਕਹਿੰਦੇ ਸਰ ਕਹਿ ਕੇ ਤਾਂ ਮਤਲਬ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਸਾਬਤ ਕਰ ਰਹੇ ਹੋ, ਤੁਸੀਂ ਬਰਾਬਰ ਦੇ ਹਿੱਸੇਦਾਰ, ਤੁਹਾਡੇ ਅਧਿਕਾਰ ਹੁੰਦੇ ਆ, ਸਭ ਕੁਛ ਕੰਮ ਵੱਖ ਵੱਖ ਹੋ ਸਕਦਾ ਵਾ, ਲੇਕਿਨ ਉਹ ਮਿਸਟਰ ਕਹਿੰਦੇ। ਹੁਣ ਇਸ ਪੰਚਾਇਤ ਨੇ ਵੀ ਇੰਨੀ ਗੱਲ ਕਹੀ, ਸਰ ਤੇ ਮੈਡਮ ਗੁਲਾਮੀ ਦਾ ਪ੍ਰਤੀਕ ਹੈ। ਤੇ ਇਸ ਪੰਚਾਇਤ ਵਿੱਚ ਜਿਹੜਾ ਭਾਈ ਤੇ ਭੈਣ, ਕੋਈ ਵੀ ਅਫਸਰ ਆਊਗਾ, ਜੇ ਉਹ ਲੇਡੀ ਹੋਊਗੀ ਉਹਨੂੰ ਭੈਣ ਨੂੰ ਕਿਹਾ ਜਾਊਗਾ, ਤੇ ਜੇ ਕੋਈ ਆਦਮੀ ਹੈ ਉਹਨੂੰ ਭਾਈ ਕਿਹਾ ਜਾਏਗਾ। ਸਿੱਖ ਧਰਮ ਦੇ ਵਿੱਚ ਵੀ ਭਾਈ ਲਫ਼ਜ਼ ਦੀ ਬੜੀ ਬਰਕਤ। ਮਹਾਰਾਜਾ ਰਣਜੀਤ ਸਿੰਘ ਨੂੰ ਭਾਈ ਰਣਜੀਤ ਸਿੰਘ ਕਿਹਾ ਜਾਂਦਾ ਸੀ। ਮਹਾਰਾਜਾ ਸਿੰਘ ਬਣਾਇਆ ਉਹਨੂੰ, ਚੰਗੀ ਗੱਲ। ਉਹ ਵੀ ਆਪਣੇ ਨੂੰ ਭਾਈ ਸਿੰਘ ਵੇਖ ਲਓ ਤੁਸੀਂ, ਭਾਈ ਰਣਜੀਤ ਸਿੰਘ ਲਿਖਦਾ ਹੁੰਦਾ। ਜਿਹੜੀ ਸਾਡੀ ਗੱਲ ਕਰੇ ਤਾਂ ਤੁਸੀਂ, ਸਿੰਘ ਸਾਹਿਬ ਸਾਡੇ ਜਿਹੜੇ ਰੂਟ ਸਿੰਘ ਜਥੇਦਾਰ ਸੀ, ਉਹ ਵੀ ਭਾਈ ਰੂਟ ਸਿੰਘ ਲਿਖਦਾ ਸੀ ਆਪਣੇ ਆਪ। ਭਾਈ ਰਣਜੀਤ ਸਿੰਘ ਨੂੰ ਅਸੀਂ ਭਾਈ ਰਣਜੀਤ ਸਿੰਘ ਕਹਿੰਦੇ ਹਾਂ। ਭਾਈ ਧਿਆਨ ਸਿੰਘ ਬਣੇ ਭਾਈ ਧਿਆਨ ਸਿੰਘ ਮੰਡ ਕਹਿੰਦੇ ਆ। ਸਿੰਘ ਸਾਹਿਬ ਤੇ ਚੌੜਾ ਸਾਹਿਬ ਨੇ ਦੋ ਕੰਮ ਕੀਤੇ। ਇੱਕ ਉਹਨਾਂ ਨੇ ਇਹਨਾਂ ਨੂੰ ਕਹਿਤਾ ਜੀ ਸਿੰਘ ਸਾਹਿਬ ਨੇ, ਤੇ ਸਿੰਘ ਸਾਹਿਬ ਹੁਣ ਆਪਣੇ ਨੂੰ ਜਥੇਦਾਰ ਖਵਾ ਕੇ ਰਾਜੀ ਨਹੀਂ ਹੈਗੇ। ਸਿੰਘ ਸਾਹਿਬ ਖਵਾ ਕੇ ਰਾਜੀ ਵੀ ਸਿੰਘ ਸਾਹਿਬ ਕੋ ਹਾਲੀ ਕਿ ਸਿੰਘ ਸਾਹਿਬ ਤੋਂ ਮਤਲਬ ਨਹੀਂ ਬਣਦਾ, ਉੱਤੇ ਹੋਰ ਲਾਓ ਉਹਨਾਂ ਨੂੰ ਕੁਝ। ਉਦੋਂ ਟੋੜਾ ਸਾਹਿਬ ਨੇ ਕਹਿਤਾ ਇਹਨਾਂ ਸਤਿਕਾਰ ਸਿੰਘ ਸਾਹਿਬ ਨੇ ਜੀ, ਸਿੰਘ ਸਾਹਿਬ ਕਹਿ ਕੇ ਮੁੜ ਕੇ ਅੱਜ ਆਪਣੇ ਜਥੇਦਾਰ ਖਵਾ ਕੇ ਰਾਜੀ ਨਹੀਂ ਹੈਗੇ। ਕਿਆ ਬਾਤ। ਚਲੋ ਦਮਦਮੀ ਟਕਸਾਲ ਦੀ ਗੱਲ ਕਰਦੇ। ਦਮਦਮੀ ਟਕਸਾਲ ਦੇ ਅੱਜ ਤੱਕ ਜਿੰਨੇ ਵੀ ਸਰੋਤ ਮੈਂ ਹੁਣ ਤੱਕ ਪੜ੍ਹੇ ਲਿਖਿਆ ਸੀ, ਜਥਾ ਪਿੰਡਰਾ ਮਹਿਤਾ, ਸੰਤ ਭਿੰਡਰਾ ਵਾਲੇ ਦੀ ਲੈਟਰ ਦੇ ਉੱਤੇ ਵੀ ਜਿਹੜਾ ਪੜ੍ਹੇ ਨੇ ਉਹਦੇ ਸੰਸਪਾਈ ਦੇ ਵਿੱਚ ਲਿਖਿਆ ਜਥਾ ਪਿੰਡਰਾ ਮਹਿਤਾ। ਦਮਦਮੀ ਟਕਸਾਲ ਜਿਹੜਾ ਸੀ, ਟੌੜਾ ਸਾਹਿਬ ਨੇ ਕਹਿਤਾ ਤੇ ਉਹ ਦਮਦਮੀ ਟਕਸਾਲ ਬਣ ਗਏ। ਤੇ ਫਿਰ ਉਹਨਾਂ ਦੇ ਜਿਹੜੇ ਵਿਦਵਾਨ ਸੀ, ਉਹਨਾਂ ਦੇ ਫਿਰ ਬਾਬਾ ਦੀਪ ਸਿੰਘ ਜੋੜਦੇ ਫਲਾਣੇ ਦਾ ਮੁੰਡਾ ਢੇਗੜੇ ਦਾ ਮੁੰਡਾ ਬਣਾ ਦਿੱਤੀ। ਅਸੀਂ ਇਹ ਨਹੀਂ ਕਹਿੰਦੇ। ਉਹ ਸਮਾਂ ਸੀ ਦਮਦਮੀ ਟਕਸਾਲ ਦੇ ਨਾਲ ਜਦੋਂ ਤੱਕ ਰਹੇ ਨੇ ਸਾਡੇ ਜਿਹੜੇ ਗਿਆਨੀ ਗੁਰਬਚਨ ਸਿੰਘ ਹੋਰੀ, ਉਸ ਤੋਂ ਬਾਅਦ ਦੂਸਰੇ ਗਿਆਨੀ ਡੈਥ ਜਿਹਦੀ ਹੋ ਗਈ ਸੀ ਭਾਈ ਮਨਜੀਤ ਸਿੰਘ ਦੇ ਫਾਦਰ, ਉਹਨਾਂ ਦੇ ਟਾਈਮ ਤੇ 150 ਬੰਦਾ ਉਹਨਾਂ ਨਾਲ ਜਿਹੜਾ ਵਿਦਿਆਰਥੀ ਨਾਲ ਚੱਲਦਾ ਸੀਗਾ। ਬਕਾਇਦਾ ਤੌਰ ਤੇ ਜਿਹੜਾ ਉੱਥੇ ਅਭਿਆਸ ਕਰਾਉਂਦਾ ਸੀ, ਜਿਹੜਾ ਉਹਦਾ ਟੀਚਰ ਹੁੰਦਾ ਉਹਨੂੰ ਅਭਿਆਸੀ ਕਿਹਾ ਜਾਂਦਾ। ਅਧਿਆਪਕ ਜੀ ਅਭਿਆਸੀ ਕਰਾਉਂਦਾ, ਅਭਿਆਸ ਕਰਾਉਂਦਾ। ਅੱਜ ਉੱਥੇ ਕਿੰਨੇ ਕੁ ਬੰਦੇ ਹੈਗੇ ਜੀ ਅਭਿਆਸ ਕਰਨ ਵਾਲੇ ਤੇ ਕਰਾਉਣ ਵਾਲੇ ਜੀ? ਚਲੋ ਆਪਾਂ ਕਾਲ ਲਈਏ ਜੀ। ਇਸ ਚੱਕਰ ਦੇ ਵਿੱਚ ਆਪਾਂ ਚੱਲੇ ਸੀਗੇ ਕੇਰਲਾ ਦੀ ਪੰਚਾਇਤ ਦਾ ਵੱਡਾ ਫੈਸਲਾ, ਸਰ ਤੇ ਮੈਡਮ ਭਾਈ ਜਗ੍ਹਾ ਜਾਂ ਭੈਣ ਕਿਹਾ ਜਾਵੇ। ਸੋ ਭਾਈ ਦਾ ਰੁਤਬਾ ਜਿਹੜਾ ਸੀ ਉਹ ਬੜਾ ਵੱਡਾ ਹੈ। ਤੇ ਲਓ ਅਭਿਆਸੀ ਜਾਂ ਹੁਣ ਉੱਥੇ ਸਿੱਖ ਜਾਂ ਉੱਥੇ ਸਟੂਡੈਂਟ, ਆਪਾਂ ਉਹਦੀ ਗੱਲ ਫੇਰ ਕਿਤੇ ਕਰਦੇ ਹੋਏ ਕਾਲ ਵੀ ਨਾਲ ਫਲੈਸ਼ ਹੋ ਰਹੀਆਂ ਨੇ। ਸੱਪ ਦੇ ਜ਼ਹਿਰ ਨਾਲ ਵੀ ਕਰੋਨਾ ਦੇ ਇਲਾਜ ਨੂੰ ਕੀਤਾ ਜਾ ਸਕਦਾ, ਇਹਦੀ ਖਬਰ ਸਾਂਝੀ ਕਰਦੇ ਹਾਂ, ਪਰੰਤੂ ਪਹਿਲਾਂ ਕਾਲ ਲੈ ਲਈਏ। ਵੈਲਕਮ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਚਾਵਲਾ ਪੱਟੀ ਸਾਹਿਬ। ਆਓ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਪੱਟੀ ਸਾਹਿਬ, ਅੱਜ ਮੈਂ ਖਬਰ ਸੁਣੀ ਆ, ਸ਼ਾਇਦ ਤੁਸੀਂ ਵੀ ਸੁਣੀ ਹੋਵੇ, ਕਿ ਪਾਕਿਸਤਾਨ ਨੇ ਅਮਰੀਕਾ ਨੂੰ ਕਹਿਤਾ ਵੀ 1 ਮਹੀਨੇ 'ਚ ਸਾਡੇ ਜਿਹੜੇ ਇੱਥੇ ਫੌਜ ਆ ਸਾਰੀ ਕੱਢੋ, ਵੈਦਰ ਇਟ ਇਜ਼ ਟਰੂ ਔਰ ਨਾਟ। ਜੇ ਮਤਲਬ ਉਹਨਾਂ ਨੇ ਕਿਹਾ ਤੇ ਫਿਰ ਅਮਰੀਕਾ ਨੇਵੀ ਲਾਏਗਾ ਨੇੜੇ ਇੱਥੇ ਉਹਦਾ ਕੰਟਰੋਲ ਕਰਨ ਵਾਸਤੇ, ਜਿਹੜਾ ਇਹਨਾਂ ਨੂੰ ਨੁਕਸਾਨ ਹੋਇਆ ਜਾਂ ਆਪਣਾ ਸਮਾਨ ਕੱਢਣ ਵਾਸਤੇ। ਜੀ ਅਹਿਮ ਕੁਐਸਚਨ, ਥੈਂਕ ਯੂ ਜੀ। ਹਾਂਜੀ, ਅੱਧਾ ਪਾਕਿਸਤਾਨ ਤੇ ਅਮਰੀਕਾ ਦੇ ਕੋਲ ਗਹਿਣੇ ਪਿਆ ਤੇ ਪਾਕਿਸਤਾਨ ਕਰੂਗੀ ਕੀ? ਪਾਕਿਸਤਾਨ ਨੂੰ ਪੈਸੇ ਨਹੀਂ ਮਿਲੇ, ਪਿੱਛੇ ਬਕਾਏ। ਉਹਨੇ ਕਹਿਤਾ ਕੱਢੋ ਇੱਥੋਂ ਜੀ, ਲੇਕਿਨ ਜਿੰਨੇ ਵੀ ਏਅਰਪੋਰਟ ਆ ਉਹਨਾਂ ਦਾ ਕਿਰਾਇਆ, ਉਹਨਾਂ ਦੀ ਮੁਰੰਮਤ ਅੱਜ ਵੀ ਉੱਥੋਂ ਦੀ ਜਿਹੜੀ ਆ ਅਮਰੀਕਨ ਸਰਕਾਰ ਕਰ ਰਹੀ ਜੀ। ਜੋ ਕਹਿਣਗੇ ਵੀ ਕੱਢ ਲੈਣਗੇ, ਕੋਈ ਗੱਲ ਨਹੀਂ, ਜਾਂ ਪੈਸੇ ਦੇ ਦੇਣਗੇ। ਉਹਨਾਂ ਉੱਤੇ ਚਾਹੀਦੇ ਫੰਡ ਮਿਲੇਗੇ ਤੇ ਕੋਈ ਗੱਲ। ਫੰਡ ਚਾਈਨਾ ਦੇ ਦੂ, ਫੰਡ ਚਾਈਨਾ ਏਦਾਂ ਨਹੀਂ ਦਿੰਦਾ।
ਉਹ ਇਦਾਂ ਜਦੋਂ ਡਿਵੈਲਪਮੈਂਟ ਤੇ ਦਿੰਦਾ ਇਦਾਂ ਨਹੀਂ ਪੈਂਦਾ ਹੁੰਦਾ। ਪਿਛਲੇ ਫੰਡ ਦਿੱਤੇ ਸੀ ਖਾਦੀ ਸੀ ਉਹਨੇ ਉਸੇ ਪਲਾਨ ਕਰਤੇ ਸੀ। ਉਹਨੇ ਕਹਿੰਦਾ ਚਲੋ ਜੇ ਹੁਣ ਕਿੱਦਾਂ ਫਟਦੇ ਐਡੀ ਛੇਤੀ ਤੇ ਫਿਰ ਪਾਕਿਸਤਾਨ ਇਹ ਬਿਆਨ ਨਹੀਂ ਦੇ ਸਕਦਾ ਨਾ ਜਿਸ ਤਰ੍ਹਾਂ ਦੇ ਉਹਨੇ ਦੇ ਹਾਲਾਤ ਨੇ। ਦੇਰ ਤੱਕ ਬਿਆਨ ਦੇਣ ਦੀ ਕਿਹੜੀ ਗੱਲ, ਬਿਆਨ ਕਿਹੜਾ ਇਮਰਾਨ ਖਾਨ ਨੇ ਆਪ ਦਿੱਤਾ। ਨਹੀਂ ਮੈਂ ਕਹਿਣ ਤੋਂ ਭਾਵ ਕਿ ਪਿਛਲੇ ਪਾਸੇ ਕੁਛ ਨਾ ਕੁਛ ਤਾਂ ਹੋਊ। ਜੀ 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 ਮਤਲਬ ਬਿਹਾਈਂਡ ਦਾ ਸੀਨ ਚਾਈਨਾ ਦਾ ਸਿਰਫ ਇੱਕ ਹੀ ਏਜੰਡਾ ਜੀ, ਇੱਕ ਤੇ ਉਹ ਬਕਾਇਦਾ ਤੌਰ ਤੇ ਜਿਹੜਾ ਵਾ ਉਹ ਹੈਗਾ ਵਾ ਵਿਸਤਾਰਵਾਦ। ਉਹ ਆਪਣਾ ਰਾਜ ਵਿਸਤਾਰ ਕਰਨਾ ਚਾਹੁੰਦਾ, ਮੇਰਾ ਰਾਜ ਜਿਹੜਾ ਵਧਣਾ ਚਾਹੀਦਾ ਹੈ, ਇਹ 'ਚ ਹੋਰ ਜਿਹੜਾ ਖੇਤਰ ਜੋੜਨਾ ਚਾਹੀਦਾ। ਉਹ ਕੁਝ ਵੀ ਉਹਨੇ ਕਰਨਾ ਹੀ ਕਰਨਾ, ਉਹਨੇ ਗਾਹ ਵੀ ਕਰਨਾ। ਕੱਲ ਨੂੰ ਵੇਖੋ ਪਾਕਿਸਤਾਨ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨੀ ਹੈ। ਜਿਹੜੀ ਸਿਲਕ ਰੋਡ ਕੱਢ ਰਿਹਾ ਮੱਧ ਏਸ਼ੀਆ ਤੱਕ ਕੱਢ ਰਿਹਾ, ਜਿਹੜੀ ਇਸੇ ਕਰਕੇ ਉਹ ਦੀ ਮਦਦ ਕਰ ਰਿਹਾ ਅਫਗਾਨਿਸਤਾਨ ਦੀ, ਤੇ ਇਹਦੇ ਵਿੱਚੋਂ ਦੀ ਰੋਡ ਜਾਣੀ, ਉਹ ਰੋਡ ਕੱਢਣੀ। ਆਪਾਂ ਅੱਗੇ ਵੀ ਗੱਲ ਕੀਤੀ ਜੀ, ਖਨਨ ਜਿਹੜੀ ਆ ਉੱਥੇ ਬੜੇ ਖੜੇ ਜੇਗੇ ਉੱਥੇ ਸਿੱਕਾ ਉੱਥੇ ਹੈਗਾ, ਜਿਹੜੀਆਂ ਬੈਟਰੀਆਂ ਬਣਨੇ, ਬੈਟਰੀਆਂ ਸਾਰਾ ਸਿੱਕਾ ਉੱਥੋਂ ਬਣਦਾ। ਉਹਨੂੰ ਤਾਂ ਮੋਜਾ ਲੱਗ ਗਈ, ਉਹਨੇ ਖਨਨ ਸ਼ੁਰੂ ਵੀ ਕਰ ਦਿੱਤੀ ਪਾਕਿਸਤਾਨ। ਚਾਈਨਾ ਨੇ ਉਹਨੂੰ ਸਿੱਧੇ ਪੈਸੇ ਨਹੀਂ ਦੇਣੇ, ਪੈਸੇ ਉਹਨੇ ਡਿਵੈਲਪਮੈਂਟ ਵਾਸਤੇ ਦੇਣੇ। ਬਾਅਦ ਡਿਵੈਲਪਮੈਂਟ ਕਰੋ, ਤੁਸੀਂ ਇੰਨੇ ਲੈ ਲਓ, ਇਹ ਲਾ ਲਓ, ਫਿਰ ਆ ਜਾਓ ਤੁਸੀਂ। ਜਿਹੜੀ ਅਮਰੀਕਾ ਸੀ ਉਦਾਂ ਨਹੀਂ ਸੀ ਕਰਦਾ, ਉਹਦਾ ਪੈਸੇ ਲੈ ਲਓ, ਕੋਈ ਗੱਲ ਨਹੀਂ ਸੀ, ਕੰਮ ਕਰੋ ਆਪਣਾ ਜੀ। ਸੋ ਇਹਦਾ ਮਤਲਬ ਕਿ ਜਿਹੜੀ ਗੱਲ ਕਹਿ ਰਹੇ ਨੇ ਸਹੀ ਹੈ, ਜੇ ਬਿਆਨ ਆਇਆ ਤੇ ਉਹਦੇ ਕਿਸੇ ਮੰਤਰੀ ਦਾ ਬਿਆਨ ਆਇਆ, ਮੈਂ ਤਾਂ ਆਪਣਾ ਸਹੀ ਹੈ ਜੀ। ਚਲੋ ਮੈਂ ਨਾ ਬਿਆਨ ਬਿਲਕੁਲ ਸਹੀ ਹੁੰਦਾ ਜੀ। ਹਾਂਜੀ, ਸੋ ਸੱਪ ਦੇ ਜ਼ਹਿਰ ਦੇ ਨਾਲ ਵੀ ਇਲਾਜ ਹੋ ਸਕਦਾ ਕਰੋਨਾ ਦਾ। ਸੱਪ ਦਾ ਜ਼ਹਿਰ ਬੜੀਆਂ ਥਾਵਾਂ ਤੇ ਵਰਤਿਆ ਜਾਂਦਾ, ਬੜੀਆਂ ਦਵਾਈਆਂ 'ਚ ਵੀ ਪੈਂਦਾ, ਬੜੇ ਮੈਡੀਸਨ ਦੇ ਵਿੱਚ ਇਹਦੀ ਵਰਤੋਂ ਆਉਂਦੀ ਹੈ, ਜਿਵੇਂ ਅਫੀਮ ਦੀ ਵਰਤੋਂ ਕੀਤੀ ਜਾਂਦੀ ਹੈ। ਕੀ ਕਹਿਣਾ ਚਾਹੋ ਜੀ? ਇਹ ਬ੍ਰਾਜ਼ੀਲ ਦੀ ਕੋਈ ਕੰਪਨੀ ਹੈ, ਬ੍ਰਾਜ਼ੀਲ ਵਾਲਿਆਂ ਨੇ ਜਿਹੜਾ ਸੀ ਇਹ ਕੱਢਿਆ ਕਿ ਸੱਪ ਦੇ ਜ਼ਹਿਰ ਤੋਂ ਵੀ ਤੁਸੀਂ ਜਿਹੜਾ ਵਾ ਇਹ ਕਰੋਨਾ ਦੀ ਦਵਾਈ ਤਿਆਰ ਕੀਤੀ ਸਕਦੀ ਤੇ 75% ਇਫੈਕਟਿਵ ਹੋਏਗੀ। ਜੇ ਸੱਪ ਦੇ ਜ਼ਹਿਰ ਤੋਂ ਦਵਾਈ ਤਿਆਰ ਕੀਤੀ ਗਈ ਤਾਂ ਉਹ ਇਫੈਕਟਿਵ ਵੀ ਹੋਏਗੀ। ਇਸ ਕਰਕੇ ਬ੍ਰਾਜ਼ੀਲ ਨੇ ਕਿਹਾ ਸਾਡੀ ਬਿਲਕੁਲ ਕੋਸ਼ਿਸ਼ ਜਾਰੀ ਆ, ਜੇ ਸੱਪ ਦੇ ਜ਼ਹਿਰ ਤੋਂ ਸਾਨੂੰ ਤਿਆਰ ਕਰਨੀ ਪਈ ਤੇ ਇਹ ਤੁਸੀਂ 2 ਟੀਕੇ ਲਾਉਣੇ, ਇੱਥੇ ਇੱਕੋ ਟੀਕਾ ਲਾਉਣ ਦੀ, ਮੁੜ ਕੇ ਪਿੱਛਾ ਹੋ ਕੇ ਵੇਖਣ ਦੀ ਲੋੜ ਨਹੀਂ ਪਏਗੀ ਤੁਹਾਨੂੰ। ਜੀ ਜੀ ਜੀ, ਇਹਦੀ ਤੇ ਕੋਈ ਮਿਆਦ ਹੈ ਨਾ, ਸਾਲ ਦਾ 6 ਮਹੀਨੇ ਮਿਆਦ ਹੈਗੀ, ਮੁੜ ਕੇ ਫਿਰ ਟੀਕਾ ਲਵਾਉਣਾ, ਉਹਦੀ ਕੋਈ ਮਿਆਦ ਨਹੀਂ ਹੋਏਗੀ। ਇੱਕ ਵਾਰੀ ਟੀਕਾ ਲੱਗ ਗਿਆ ਬਸ, ਬੰਦਾ ਬਿਲਕੁਲ ਫਿੱਟ ਪਰਫੈਕਟ। ਜੀ ਠੀਕ। ਉਹ ਕੋਸ਼ਿਸ਼ ਕਰ ਰਹੇ ਨੇ, ਅਜੇ ਉਹਨਾਂ ਦੀ ਕੰਪਨੀ ਨੇ ਇੰਨੀ ਗੱਲ ਕਹੀ ਵੀ ਅਸੀਂ ਤਿਆਰ ਕਰ ਰਹੇ ਹਾਂ ਤੇ ਸਾਨੂੰ ਉਮੀਦ ਅਸੀਂ ਕਾਮਯਾਬ ਹੋ ਜਾਗੇ, ਤਿਆਰ ਹੋ ਜਾਏਗੀ। ਜਿਹੜੇ ਉਹਨਾਂ ਹੁਣ ਤੱਕ ਸੰਕੇਤ ਦਿੱਤੇ ਹੋਏ ਤਿਆਰ ਕਰ ਲਾਂਗੇ। ਚੰਗੀ ਗੱਲ ਆ ਜੀ, ਜੇ ਉਹ ਮਿਹਨਤ ਕਰ ਰਹੇ ਤੇ ਜੀ। ਸੀ ਜਮਾਤ 1320 ਮੀਟਰ ਬੈਂਡ। ਦੋਸਤੋ ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਔਰ ਆਓ ਫਿਰ ਉਸ ਚਰਚਿਤ ਸ਼ਖਸੀਅਤ ਦੀ ਗੱਲ ਕਰਦੇ ਹਾਂ ਜਿਹੜੀ ਬਾਰ-ਬਾਰ ਜਿਹੜੀ ਨੇ ਕੋਰਟ ਨੂੰ ਜਾਂ ਵਿਜੀਲੈਂਸ ਨੂੰ ਜਾਂ ਆਪਣੇ ਸਾਥੀਆਂ ਨੂੰ ਚਕਮਾ ਦੇ ਜਾਂਦੇ ਨੇ। ਨਾਮ ਹੈ ਸੈਣੀ ਸੁਮੇਧ। ਵਿਜੀਲੈਂਸ ਅੱਗੇ ਪੇਸ਼ ਹੋਣ ਦੀ ਬਜਾਏ ਸੁਮੇਧ ਸੈਣੀ ਨੇ 15 ਦਿਨਾਂ ਦਾ ਹੋਰ ਸਮਾਂ ਮੰਗ ਲਿਆ। ਕੀ ਕਹਿਣਾ ਚਾਹੋ? ਮਿਲ ਜਾਏਗਾ ਜੀ, ਕੋਈ ਗੱਲ ਨਹੀਂ, ਕਿਉਂਕਿ ਅੱਧੀ ਪੁਲਿਸ ਉਹਦੇ ਹੱਕ 'ਚ ਆ। ਜਿਨ੍ਹਾਂ ਨੇ ਆਪ ਖੁਦ ਬੰਦੇ ਮਾਰੇ ਆ, ਗਲਤ ਕੰਮ ਕੀਤੇ, ਉਹ ਸੈਣੀ ਦਾ ਪੱਖ ਪੂਰ ਰਹੇ ਨੇ। ਅੱਜ ਸੰਧੂ ਦੀ ਮੌਤ ਕਿਉਂ ਹੋਈ ਸੀ? ਪੀਸੀ ਡੋਗਰਾ ਜਦੋਂ ਡੀਜੀਪੀ ਬਣਿਆ ਤਾਂ ਉਹਨੇ ਨੂੰ ਬੁਲਾਇਆ ਤੇ ਉਹਨੂੰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਆਪਣੇ ਪੀਐਨ ਦੀ ਕੁਰਸੀ ਤੇ ਬਿਠਾ ਛੱਡਿਆ ਸੀ ਕਿ ਗੰਦ ਪਾਇਆ ਤੁਸੀਂ, ਪੰਜਾਬ ਦਾ ਬੇੜਾ ਗਰਕ ਕਰਤਾ ਤੁਸੀਂ, ਲੁੱਟ ਕੇ ਫਿਰ ਲੋਕਾਂ ਨੂੰ। ਕਾਰਨ ਤੇ ਇਹੀ ਬਣਿਆ ਸੀ ਨਾ। ਅੱਜ ਵੀ ਉਹ ਲੋਕ ਪੰਜਾਬ ਪੁਲਿਸ ਤੇ ਹੈਗੇ ਜਿਹੜੇ ਸੈਣੀ ਦੀ ਸਪੋਰਟ ਕਰ ਰਹੇ ਆ, ਈਵਨ ਡੀਜੀਪੀ ਸਪੋਰਟ ਕਰ ਰਿਹਾ, ਬਾਕੀ ਕਿਹੜੀਆਂ ਲੱਗੇ। ਵਿਜੀਲੈਂਸ ਦਾ ਮੁਖੀ ਉਹ ਖੁਦ ਰਿਹਾ ਵਾ ਸੈਣੀ, ਉਹਨੂੰ ਵਰਕਿੰਗ ਦਾ ਪਤਾ ਵਿਜੀਲੈਂਸ ਦੀ ਵਰਕਿੰਗ ਕਿਵੇਂ ਹੁੰਦੀ। ਇਸ ਕਰਕੇ ਉਹਨੇ ਕਿਹਾ ਜੀ 15 ਦਿਨ ਦੀ ਕਹੂੰਗੀ, ਘੱਟੋ ਘੱਟ 7 ਦਿਨ ਦੀ ਮੋਹਲਤ ਮਿਲ ਜਾਏਗੀ, 7 ਦਿਨ ਫਿਰ ਲੈ ਲਾਂਗੇ ਕੋਈ ਗੱਲ। ਇਸ ਕਰਕੇ ਮੋਹਲਤ ਮਿਲਣੀ ਮੁਸ਼ਕਿਲ ਦੀ, ਮੋਹਲਤ ਮਿਲ ਜਾਏਗੀ ਇੱਥੋਂ ਦੀ। ਜੇ ਕੋਰਟ ਤੇ ਮਿਲ ਜਾਏਗੀ, ਕੋਰਟਾਂ ਦੇ ਹੱਕ 'ਚ ਨੇ। ਇਹੋ ਜਿਹੇ ਹਾਈਫਾਈ ਕੇਸ ਵਿੱਚ ਕੋਰਟਾਂ ਜਿਹੜੀਆਂ ਨਰਮ ਰੁੱਖ ਅਪਣਾਉਂਦੀਆਂ ਨੇ। ਲੇਕਿਨ ਕੱਲ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਪ੍ਰਦੀਪ ਵਿਰਕ ਦੀ, ਉਹ ਕਹਿੰਦਾ ਜੀ ਜੋ ਮਰਜ਼ੀ ਹੋ ਜਾਏ, ਇਹ ਮੇਰਾ ਵਿਸ਼ਵਾਸ ਹੈ ਕਿ ਇਹਨੂੰ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣੀਆਂ। ਉਹਦਾ ਬਿਆਨ ਆਉਂਦਾ ਰਹਿੰਦਾ, ਉਹ ਤੇ ਉੱਥੋਂ ਸ਼ੁਰੂ ਕਰਦਾ। ਜਿਵੇਂ ਤੋਮਰ ਸਾਹਿਬ ਕਹਿੰਦੇ ਨੇ ਕਿ ਬਿੱਲ ਬੜੇ ਵਧੀਆ ਨੇ, ਕਿਸਾਨ ਐਵੇਂ ਰੌਲਾ ਪਾਈ ਜਾਂਦੇ ਨੇ। ਉਹਦਾ ਬਿਆਨ ਵੀ ਜਦੋਂ ਉਹਨੂੰ ਕਹੋ ਕਹਿੰਦਾ ਵੀ ਧੱਕਣਾ ਹੀ ਧੱਕਣਾ। ਉਹ ਹੁਣ ਉਹ ਵੀ ਕਿੜ ਕੱਢ ਰਿਹਾ ਆਪਣੇ ਬਾਪੂ ਵਾਲੀ ਖੈਰ। ਐਨੀਵੇ ਉਹਦਾ ਬਿਆਨ ਵੀ ਉੱਥੋਂ ਹੀ ਸ਼ੁਰੂ ਹੁੰਦਾ ਕਿ ਜੋ ਮਰਜ਼ੀ ਕਰ ਲਓ, ਇਹਨੇ ਜੇਲ੍ਹ ਦੀਆਂ ਰੋਟੀਆਂ ਇੱਕ ਦਿਨ ਖਾਣੀਆਂ ਖਾਣੀਆਂ। ਚਲੋ ਉਹ ਵੀ ਰੱਟ ਰੱਖੀ, ਕਹਿੰਦੇ ਬੱਤੀਆਂ ਦਿੰਦਾ ਜੋ ਕਿਸੇ ਵੇਲੇ ਇੱਕ ਗੱਲ ਕਹੀਏ ਕਿਸੇ ਵੇਲੇ ਤੇ ਪੂਰੀ ਵੀ ਹੋ ਜਾਂਦੀ ਹੈ।
ਖੈਰ ਆਗੇ ਦੇਖੀ ਹੋਤਾ ਚਾਵਲਾ ਹੈ ਸਾਹਿਬ ਵਿਜੀਲੈਂਸ ਜਿਹੜਾ ਨੂੰ। ਬੰਦਾ ਆਪਣੀ ਨੌਕਰੀ ਆਈਪੀ ਛੱਡ ਕੇ ਆਇਆ, ਆਈਪੀਐਸ ਨੇ ਮਟਾਏ, ਆਈਪੀਐਸ ਭਰਤੀ ਹੋਇਆ, ਜਦੋਂ ਦੇ ਬਾਪੂ ਨੂੰ ਅੰਦਰ ਕੀਤਾ ਤੇ ਕਹਿੰਦਾ ਚੁੱਕੋ ਮੇਰੇ ਵਧਾਈਆਂ, ਜਿਵੇਂ ਦੀ ਬਾਪੂ ਜਦੋਂ ਕਰਦੇ ਕੱਲ ਨੂੰ ਮੇਰੇ ਨਾਲ ਕੀ ਕਰੋ। ਮੁੜ ਕੇ ਫਿਰ ਐਲਐਲਬੀ ਕੀਤੀ ਤੇ ਵਕੀਲ ਬਣਿਆ, ਵਕੀਲ ਬਣ ਕੇ ਠੋਕਣ ਤੇ ਲੱਗਿਆ ਹੋ ਜੇ ਬੱਚਾ ਸਾਰਿਆਂ ਨੂੰ ਆਦਤ ਵੀ ਉਹਨੂੰ। ਚਲੋ ਐਨੀਵੇ ਅਸੀਂ ਤਾਂ ਕਹਿੰਦੇ ਕਿ ਠੀਕ ਹੈ, ਉਹ ਦ੍ਰਿੜ ਉਹਦਾ ਇਰਾਦਾ ਕਿ ਮੈਨੂੰ ਅੰਦਰ ਕਰਾਉਣਾ ਵਾ, ਕਾਨੂੰਨ ਦੇ ਮੁਤਾਬਕ ਕਰਾਉਣਾ, ਤੇ ਚਲੋ ਉਹ ਆਪਣੀ ਕਾਮਯਾਬੀ ਉਹਨੂੰ ਮਿਲਦੀ ਹੈ ਜਾਂ ਨਹੀਂ ਮਿਲਦੀ ਤਾਂ ਸਮਾਂ ਦੱਸੂਗਾ। ਪਰ ਆਓ ਵਾਪਸ ਮੁੜਦੇ ਹਾਂ, ਹੁਣ ਆਪਾਂ ਥੋੜ੍ਹੀ ਜਿਹੀ ਹਲਕੀ ਫੁਲਕੀ ਗੱਲ ਕਰੀਏ। ਬੜੀਆਂ ਰਾਜਨੀਤੀ ਦੀਆਂ ਗੱਲਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀਤੀਆਂ ਜਾਂਦੀਆਂ ਨੇ, ਔਰ ਅਸੀਂ ਵਿੱਚ ਵਾਰ ਥੋੜ੍ਹੀ ਜਿਹੀ ਡੋਜ਼ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਹਲਕਾ ਫੁਲਕਾ ਗੀਤ ਸੰਗੀਤ ਵੀ ਪੇਸ਼ ਕੀਤਾ ਜਾਂਦਾ। ਤੇ ਗੀਤ ਸੰਗੀਤ ਤੋਂ ਮੈਨੂੰ ਗੱਲ ਯਾਦ ਆਈ, ਸਾਡੇ ਇੱਥੋਂ ਦੇ ਬੜੇ ਹੀ ਪਿਆਰੇ ਲੇਖਕ ਨੇ ਕਰੀ ਕਿਤੇ ਮੇਰ ਰੱਬਾ ਦਿੱਲੀ ਤੇ ਲਾਹੌਰ ਦਾ, ਬੜਾ ਪਿਆਰਾ ਉਹਨਾਂ ਨੇ ਗੀਤ ਗਾਇਆ ਹੈ, ਜਿਹੜਾ ਮੱਖਣ ਬਰਾੜ ਦਾ ਲਿਖਿਆ ਤੇ ਗਿਲ ਹਰਦੀਪ ਨੇ ਗਾਇਆ। ਕਰੀ ਕਿਤੇ ਮੇਰ ਰੱਬਾ ਦਿੱਲੀ ਤੇ ਲਾਹੌਰ ਦਾ, ਮੇਲ ਕਰਾ ਦੇ ਜਲੰਧਰ ਤੇ ਲਾਹੌਰ ਦਾ। ਬਿਲਕੁਲ ਜੀ, ਇਹ ਹਾਸੇ ਫੁਲਕੇ ਵਾਲੀ ਗੱਲ ਹੈ, ਕਿਉਂਕਿ ਪਿਆਰ ਜਿਹੜਾ ਨਾ ਉਹ ਵਹਿੰਦਾ ਨਹੀਂ ਆ, ਪਰ ਇੱਥੇ ਰਿਸ਼ਤੇ ਵਿੱਚ ਬੱਝੇ ਨੇ ਕਮਲ ਕਲਿਆਣ ਤੇ ਸਮਾਇਲਾ, ਉਹ ਜਲੰਧਰ ਤੇ ਲਾਹੌਰ ਵਿਆਹ ਦੇ ਰਿਸ਼ਤੇ ਵਿੱਚ। ਕਿਆ ਬਾਤ, ਕੀ ਕਹਿਣਾ ਚਾਹੋਗੇ? ਦੇਖੋ ਸਰਹੱਦਾਂ ਵੱਡੀਆਂ ਗਈਆਂ, ਟੈਂਕ ਆਮੋ ਸਾਹਮਣੇ ਹੋ ਗਏ, ਤੋਪਾਂ ਆਮੋ ਸਾਹਮਣੇ ਹੋ ਗਈਆਂ, ਬੰਦੂਕਾਂ ਆਮੋ ਸਾਹਮਣੇ ਹੋ ਗਈਆਂ, ਲੇਕਿਨ ਸਾਡੇ ਦਿਲ ਤੇ ਸਾਡਾ ਖਲੂਸ ਅਜੇ ਵੀ ਵੰਡਿਆ ਨਹੀਂ ਗਿਆ, ਅਜੇ ਵੀ ਉਹੀ ਜਿਹੇ। ਜਦੋਂ ਪਾਕਿਸਤਾਨ ਜਾਂਦੇ ਆ ਨਾ, ਜਦੋਂ ਨਨਕਾਣਾ ਸਾਹਿਬ ਜਾਈਦਾ, ਤੁਹਾਨੂੰ ਲੋਕ ਘੇਰ ਕਹਿੰਗੇ ਸਰਦਾਰ ਜੀ ਕੱਪ ਚਾਹ ਪੀ ਕੇ ਜਾਓ ਜੀ, ਚਾਹ ਪੀ ਕੇ ਜਾਓ ਤੁਸੀਂ। ਤੇ ਤੁਹਾਨੂੰ ਪੁੱਛਣਗੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ, ਤੁਹਾਡੇ ਇੱਥੇ ਕਿਹੜੇ ਰਹਿੰਦੇ ਰਹੇ ਜੇ? ਜੇ ਤੁਸੀਂ ਦੱਸ ਦਿਓ ਇੱਥੇ ਮੇਰੇ ਫਲਾਣੇ ਦਾ ਪਿੰਡ, ਚਲੋ ਗੱਡੀ ਕੱਢੋ ਯਾਰ, ਪਿੰਡ ਵਿਖਾ ਕੇ ਜਾਈਏ, ਉਹ ਥਾਣੇ ਦੱਸ ਦੇਣਗੇ ਅਸੀਂ ਜਾ ਰਹੇ ਹਾਂ ਜੀ, ਹੁਣੇ ਆ ਜਾਂਦੇ। ਮਤਲਬ ਇੰਨਾ ਪਿਆਰ ਉਹ ਦਿੰਦੇ। ਉਹ ਸਾਡੇ ਜਿਹੜੀ ਸਰਦਾ ਵੱਡੀ ਗਈ, ਜੋ ਮਰਜ਼ੀ ਪਿਆਰ ਤੇ ਮੁਹੱਬਤ ਦੀ ਵੱਡੀ ਗਈ, ਉਹ ਬਰਕਰਾਰ। ਜਿਹੜਾ ਕਮਲ ਕਲਿਆਣਾ ਜੀ, ਇਹ ਬੰਦਾ ਮੈਟ੍ਰਿਕ ਪਾਸ ਆ, ਜਿਹੜੀ ਸਮਾਈ ਦਾ ਉਹ +2 ਪਾਸ। ਕਮਲ ਕਲਿਆਣਾ ਜਿਹੜਾ ਫਾਦਰ, ਉਹਦੀਆਂ ਮਾਸੀਆਂ 2 ਪਾਕਿਸਤਾਨ ਦੇ ਵਿੱਚ, ਇਹ ਸਾਈ ਹੈ, ਬਰਾਦਰੀ ਨੂੰ ਬਿਲੋਂਗ ਕਰਦਾ, ਸਾਈ ਧਰਮ ਸੰਬੰਧ। ਤੇ ਇਹਦੀ 2018 ਦੇ ਵਿੱਚ ਜਿਹੜੀ ਸੀ ਆਨਲਾਈਨ ਵੀਡੀਓ ਰਾਈ ਜਿਹੜੀ ਮੰਗਣੀ ਦੀ ਹੋਈ ਸੀ। ਅੱਛਾ ਜੀ, ਸਮਾਈਲਾ 2018 ਤੋਂ ਬਾਅਦ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਸਮਾਈਲਾ ਨੂੰ ਇੱਥੇ ਮੰਗਾਉਣ ਦੀ, 2 ਵਾਰੀ ਕਾਗਜ਼ ਭੇਜੇ ਤੇ ਕਾਗਜ਼ ਸਮੇਂ ਸਿਰ ਨਹੀਂ ਪੁੱਜੇ ਤਾਂ ਉਹ ਵੀਜ਼ਾ ਨਹੀਂ ਮਿਲਦਾ। ਮੁੜ ਕੇ 1.5 ਸਾਲ ਕਰੋਨਾ ਖਾ ਗਿਆ। ਹੁਣ 17 ਜੁਲਾਈ ਨੂੰ ਫਿਰ ਇਹਨਾਂ ਨੇ ਮੈਰਿਜ ਦੇ ਬਿਹਾਫ ਦੇ ਤੇ ਵੀਜ਼ਾ ਮੰਗਿਆ ਕਿ ਸਾਡੀ ਮੈਰਿਜ ਨੂੰ ਵੀਜ਼ਾ ਦਿੱਤਾ ਜਾਵੇ। ਉਹ ਸਰਕਾਰ ਦਿੰਦੀ ਹੈ ਜਾਂ ਨਹੀਂ ਦਿੰਦੀ, ਲੇਕਿਨ ਉਹਦਾ ਕਮਲ ਕਲਿਆਣਾ ਦੇ ਸਮਾਈਲਾ ਦੇ ਆ ਵੀ ਜੋ ਮਰਜ਼ੀ ਹੋ ਜੇ, ਭਾਵੇਂ ਜਿੰਨੇ ਮਰਜ਼ੀ ਸਾਲ ਲੱਗਣ, ਜੋ ਮਰਜ਼ੀ ਹੋ ਜੇ, ਸ਼ਾਦੀ ਸੀ ਦੋਵੇਂ ਕਰਾਂਗੇ। ਕਿਆ ਬਾਤ, ਚਲੋ ਬੈਸਟ ਵਿਸ਼ੇਸ ਦਿੰਦੇ ਆ ਜੀ। ਔਰ ਸਲਮਾ ਆਗਾ ਦਾ ਗੀਤ ਆਇਆ ਸੀ ਕਿ ਦਿਲ ਕੇ ਅਰਮਾਂ ਆਂਸੂਆਂ ਮੇਂ ਬਹਿ ਗਏ। ਨਹੀਂ ਜੀ, ਪਰ ਇੱਥੇ ਬਾੜ 'ਚ ਬਹਿ ਗਏ ਦਿਲ ਦੇ ਅਰਮਾਨ। ਕਾਰ ਵਿਚਾਰੇ ਨੇ ਬੜੀ ਰੀਝਾਂ ਨਾਲ ਸੋਚੀ ਹੋਣੀ ਆ ਵੀ ਫਲਾਣੀ ਕਾਰ ਲੈ ਕੇ ਜਾਣੀ ਆ ਫੁੱਲਾਂ ਵਾਲੀ, ਹਾਂਜੀ, ਸਜਾ ਕੇ ਬਰਾਤ, ਟਰੈਕਟਰ ਤੇ ਜਾਣਾ ਪਿਆ ਤੇ ਕਿਸ਼ਤੀ ਰਾਹੀਂ ਵਾਪਸ ਪਰਤਣਾ ਪਿਆ। ਇਹਨੂੰ ਕਹਿੰਦੇ ਆ ਕੁਦਰਤ। ਬਾੜ, ਪਾਣੀ ਜਦੋਂ ਵੱਧ ਜਾਂਦਾ ਆਪਣੇ ਨੱਕੇ ਬੰਨਿਆਂ ਤੋਂ ਤਾਂ ਫਿਰ ਇਹ ਕੁਝ ਹੁੰਦਾ। ਕੁਇਕਲੀ ਕੀ ਕਹਿਣਾ ਚਾਹੋਗੇ? ਇਹ ਬਿਹਾਰ ਦੀ ਗੱਲ ਹੈ ਜੀ। ਬਿਹਾਰ ਦੇ ਵਿੱਚ ਬਕਾਇਦਾ ਅੰਸਾਰੀ ਆ, ਵਕੀਲ ਹੈ, ਵੱਡਾ ਵਕੀਲ ਆ, ਉਹਦਾ ਮੁੰਡਾ ਇਰਸ਼ਾਦ, ਉਹਦੀ ਸ਼ਾਦੀ ਸੀ। ਜਦੋਂ ਉਹ ਸ਼ਾਦੀ ਕਰਾਉਣੀ ਜਾਣਾ ਸੀ, ਬਕਾਇਦਾ ਤੌਰ ਤੇ ਬੜੀਆਂ ਸੋਹਣੀਆਂ ਗੱਡੀਆਂ ਤੇ ਨਵੀਂ ਕਰੇਟਾ ਕਰ ਲਈ ਤੇ ਮੈਂ ਇਹਦੇ ਵਿੱਚ ਆਪਣੀ ਗੋਲੀ ਲੈ ਕੇ ਆਉਣਾ। ਬਿਲਕੁਲ, ਤੁਹਾਨੂੰ ਦੱਸਿਆ ਨਾ, ਬੜੀ ਰੀਝ ਨਾਲ। ਲੇਕਿਨ ਇਹ ਕੀ ਹੈ, ਜਦੋਂ ਬਰਾਤ ਜਾਣੀ ਸੀ ਉਦੋਂ ਫਿਰ ਉੱਥੇ ਮੀਂਹ ਪੈ ਗਿਆ ਤੇ ਫਲੱਡ ਆ ਗਿਆ ਤੇ ਉਹਨੇ ਫਿਰ ਟਰੈਕਟਰ ਕੱਢਿਆ, ਟਰੈਕਟਰ ਤੇ ਗਿਆ ਲਾੜੀ ਦੇ ਘਰ। ਠੀਕ ਹੈ। ਲਾੜੀ ਦੇ ਘਰ ਜਾ ਕੇ ਜਿਹੜੀ ਸੀ ਰਸਮਾਂ ਜਿਹੜੀ ਸੀ ਧਾਰਮਿਕ ਪੂਰੀਆਂ ਕੀਤੀਆਂ ਤੇ ਉਹਨੂੰ ਲਾੜੀ ਦੇ ਘਰ ਵੀ ਪਾਣੀ ਆਣ ਮੜਿਆ। ਅੱਛਾ, ਵਿਆਹ ਹੋ ਗਿਆ, ਸਭ ਕੁਛ ਹੋ ਗਿਆ। ਉਹਦੇ ਘਰ ਪਾਣੀ ਵੜਨ ਤੋਂ ਫਿਰ ਲਾੜੀ ਨੂੰ ਕਹਿੰਦਾ ਵੀ ਤੂੰ ਇੱਥੇ ਰਹਿ, ਹੁਣ ਮੈਂ ਕਿਸ਼ਤੀ ਜਾ ਰਿਹਾ ਵਾਪਸ। ਜਦੋਂ ਪਾਣੀ ਲੱਥੂਗਾ ਤੇ ਮੈਂ ਉਹੀ ਕਰੇਟਾ ਜਿਹੜੀ ਛੰਗਾਰੀ ਆਈ ਉਹ ਲੈ ਕੇ ਆਊਂਗਾ ਤੇ ਫਿਰ ਤੁਮ ਲੈ ਕੇ ਜਾਊਂਗਾ।
ਵਕੀਲ ਦਾ ਮੁੰਡਾ ਵਾ, ਪਿਆਰ ਮੁਹੱਬਤ ਦੀ ਗੱਲ ਆ, ਅਗਲਾ ਕਹਿਤਾ ਵੀ ਵਿਆਹ ਹੋ ਗਿਆ, ਚਲੋ ਠੀਕ ਹੈ ਜੀ, ਗੱਲ ਜਿਹੜੀ ਰਸਮਾਂ ਪੂਰੀਆਂ ਹੋ ਗਈਆਂ। ਲੇਕਿਨ ਕੁਦਰਤ ਦੇ ਰੰਗ ਨੇ ਵੇਖੋ ਕਿ ਉਹਨੇ ਕੀ ਕੁਝ ਸੋਚਿਆਗਾ। ਇੱਕ ਆਰਟਿਸਟ ਜਿਹੜਾ ਨਾਲ ਲੈ ਕੇ ਜਾਣਾ, ਉਹ ਵੀ ਤਿਆਰ ਸੀ, ਸਭ ਤਿਆਰ ਸੀ, ਲੇਕਿਨ ਕੁਦਰਤ ਨੂੰ ਨਹੀਂ ਸੀ ਮਨਜ਼ੂਰ। ਉਹ ਟਰੈਕਟਰ ਤੇ ਜਾ ਕੇ ਆਪਣੇ ਆਪਣੀ ਜਿਹੜੀ ਪਗਾਇਆ, ਜਾ ਕੇ ਬੋਲ ਪਗਾਇਆ ਵੀ ਤਾਂ ਸ਼ਾਦੀ ਕਰਨੀ ਹੈ ਜੀ। ਲੇਕਿਨ ਉਹ ਜਿਹਾ ਕਿਸ਼ਤੀ ਤੇ ਵਾਪਸ ਆ ਕੇ ਤੇ ਹੁਣ ਵਿਚਾਰਾ ਬੈਠਾ ਵੇਂਦਾ ਵੀ ਪਾਣੀ ਕਦੋਂ ਲੱਥੇ, ਮੀਂਹ ਕਦੋਂ ਹਟੇ, ਤੇ ਮੈਂ ਫਿਰ ਜਾ ਕੇ ਆਪਣੀ ਬਹੂ ਨੂੰ ਲੈ ਕੇ। ਚਲੋ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ। ਚੰਦਰ ਦੇਵਤਾ ਨੂੰ ਕਹੇ ਕਿ ਬਸ ਕਰ, ਹੁਣ ਜੋੜੀ ਦਾ ਮੇਲ ਕਰਾ ਦੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।